ਭਾਜੀ ਤੁਸੀਂ ਫਰਮਾ ਰਹੇ ਸੀ ਕਿ ਜਿਹੜੇ ਗੁਰੂ ਦੇ ਨਾਲ ਜੁੜੇ ਆ, ਯਾਨੀ ਜਿਹੜੇ ਰੱਬ ਨਾਲ ਜੁੜੇ ਨੇ, ਤੁਸੀਂ ਉਹਨਾਂ ਨਾਲ ਵੀ ਜੁੜ ਕੇ ਰਹੋ। ਦੇਖੋ ਦੁਨੀਆ ਦੇ ਵਿੱਚ ਬੜਾ ਅਜੀਬ ਜਿਹਾ ਰਸਮ ਹੈਗਾ, ਕਹਿੰਦੇ ਰੱਬ ਨਹੀਂ ਜ਼ਬਾਨ। ਅਸੀਂ ਜ਼ਬਾਨਾਂ ਦੇ ਪੁਜਾਰੀ ਹੋ ਗਏ ਹਾਂ, ਜ਼ਬਾਨ ਮਨਾਉਣਾ ਚਾਹੁੰਦੇ ਹਾਂ। ਪੈਗੰਬਰ ਜਿੰਨੀ ਦੁਨੀਆ ਤੇ ਆਏ ਉਹ ਸਾਰਿਆਂ ਦੇ ਸਾਂਝੇ ਸਨ, ਲੇਕਿਨ ਅਸੀਂ ਉਹਦੀ ਜ਼ਬਾਨ ਨਹੀਂ ਸਮਝ ਸਕੇ। ਔਰ ਜਿਹੜੀ ਜ਼ਬਾਨ ਸਮਝ ਸਕੇ ਉਹ ਕਹਿੰਦੇ ਅਗਲੇ ਨੂੰ ਜ਼ਬਰਦਸਤੀ ਸਮਝਾਉਣਾ ਚਾਹੁੰਦੇ ਨੇ ਕਿ ਤੁਸੀਂ ਇਹ ਜ਼ਬਾਨ ਸਮਝੋ ਔਰ ਇਹਦੇ ਵਰਗਾ ਨਹੀਂ, ਤੁਸੀਂ ਰੱਬ ਵਰਗੇ ਹੋ ਜਾਓ। ਜਿੰਨਾ ਪੈਗਾਮ ਦੁਨੀਆ ਤੇ ਆਇਆ, ਜਿੰਨੇ ਪੈਗੰਬਰ ਆਏ, ਉਹਨੇ ਰੱਬ ਦੇ ਬਾਰੇ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਂ ਦਾ ਖਸਮ ਇੱਕ ਹੈ, ਹਾਂ, ਤੇ ਰੱਬ ਇੱਕ ਹੈ। ਬੇਸ਼ੱਕ ਨਾ ਮਾਂ ਦਾ ਦੂਸਰਾ ਖਸਮ ਹੋ ਸਕਦਾ ਤੇ ਨਾ ਹੀ ਰੱਬ ਦੂਜਾ ਹੋ ਸਕਦਾ ਹੈਗਾ। ਰੱਬ ਦੀ ਸ਼ਕਲ ਦੁਨੀਆ ਤੇ ਕੋਈ ਵੀ ਨਹੀਂ ਬਣਾ ਸਕਦਾ ਹੈਗਾ, ਤਸਵੀਰ ਨਹੀਂ ਬਣ ਸਕਦੀ। ਜਿਹੜੇ ਤੁਹਾਨੂੰ ਪੁੱਲ ਹੈਗੇ ਕਿ ਹਿੰਦੂਆਂ ਨੇ ਬਣਾਏ ਹੋਏ ਆ ਜਾਂ ਬੁੱਧ ਮਤ ਨੇ ਬਣਾਏ, ਉਹਨਾਂ ਨੇ ਆਪਣੇ ਪੈਗੰਬਰਾਂ ਦੇ ਬਣਾਏ ਹੋਏ ਆ। ਉਹਨਾਂ ਦੇ ਪੈਗੰਬਰਾਂ ਦੇ ਆਪੋ ਆਪਣੇ ਨਾਮ ਨੇ। ਤੁਸੀਂ ਫਿਲਮਾਂ 'ਚ ਦੇਖਦੇ ਹੋ ਸ਼ੇਰਾਂ ਵਾਲੀ ਮਾਂ, ਕਾਲੀ ਮਾਂ, ਹਨੂਮਾਨ ਜੀ, ਬਹੁਤ ਸਾਰੇ ਨਾਮ ਤੁਸੀਂ ਦੇਖਦੇ ਹੋ। ਹਰ ਮੂਰਤੀ ਦਾ ਆਪਣਾ ਨਾਮ ਹੈ, ਲੇਕਿਨ ਰੱਬ ਨੂੰ ਕੀ ਸੁਣਾਇਆ ਜਾਂਦਾ? ਰੱਬ ਨੂੰ ਭਗਵਾਨ, ਅੱਲਾਹੂ, ਵਾਹਿਗੁਰੂ, ਪਰਮਾਤਮਾ, ਗੋਡ, ਹਾਲੇਲੂਇਆ ਕਰਕੇ ਜਾਣਿਆ ਜਾਂਦਾ ਹੈਗਾ। ਦੁਨੀਆ ਦੇ ਉੱਤੇ ਸਾਰੇ ਜ਼ਬਾਨਾਂ 'ਚ ਦੁੱਧ ਚੰਗਾ ਵਾ, ਦੁੱਧ, ਦੂਧ, ਹਲੀਬ, ਮਿਲਕ। ਗੱਲ ਟੋਕ ਰਿਹਾ ਜੀ, ਮੈਂ ਮਾਫੀ ਚਾਹਨਾ। ਬੁੱਲੇ ਸ਼ਾਹ ਸਾਹਿਬ ਫਰਮਾਉਂਦੇ ਨੇ ਜੀ, ਇੱਕ ਹੈ, ਇੱਕ ਹੈ, ਇੱਕ ਹੈ, ਕਹਿੰਦੇ ਇੱਕ ਹੈ, ਇੱਕ ਹੈ, ਇੱਕ ਹੈ, ਇੱਕ ਕੋ ਜਿਹੜਾ ਦੋ ਕਰ ਜਾਣੇ, ਕਾਫਰ ਤੇ ਮੁਸ਼ਰਕ ਹੈ, ਇੱਕ ਹੈ। ਤੁਹਾਡੀ ਦੀ ਗੱਲ ਹੈ ਵੀ ਇੱਕ ਹੀ ਹੈ, ਦੂਸਰਾ ਤੇ ਹੈ ਦੂਸਰਾ ਹੋ ਹੀ ਨਹੀਂ ਸਕਦਾ, ਹੈ ਹੀ ਨਹੀਂ। ਉਹੀ ਮਾਲਕ ਸਾਰੀ ਦੁਨੀਆ ਦੇ ਉੱਤੇ। ਜਿੱਥੇ ਇਬਾਦਤਾਂ ਜ਼ਿਆਦਾ ਹੋ ਗਈਆਂ ਨੇ ਉੱਥੇ ਮਾਫ ਕਰਨਾ ਨਾ ਸਮਝ ਵੀ ਜ਼ਿਆਦਾ ਹੋ ਗਈਆਂ ਨੇ। ਜਿੱਥੇ ਇਬਾਦਤਾਂ ਘੱਟ ਨੇ ਉੱਥੇ ਅਮਲ ਜ਼ਿਆਦਾ ਨੇ। ਵਿਦੇਸ਼ਾਂ ਦੇ ਵਿੱਚ ਹੁਣ ਇਬਾਦਤ ਨਹੀਂ ਹੈ ਲੇਕਿਨ ਅਮਲ ਜ਼ਿਆਦਾ ਹੈ। ਉੱਥੇ ਕਹਿ ਦਿੱਤਾ ਕਿ ਨਹੀਂ ਕਰਨਾ, ਫਿਰ ਨਹੀਂ ਕਰਨਾ। ਅਸੀਂ ਤੇ ਕਹਿਣਾ ਨਹੀਂ ਕਰਨਾ, ਉਹਨੂੰ ਡਬਲ ਵਾਲੀ ਟ੍ਰਿਪਲ ਵਾਲੀ ਕਰਨਾ ਹੈਗਾ, ਤੇ ਫਿਰ ਸੁੱਖ ਕਿੱਥੋਂ ਹੋ ਸਕਦਾ ਹੈਗਾ? ਜੇ ਰੱਬ ਦੇ ਬਣਨਾ ਚਾਹੁੰਦੇ ਹੋ, ਤੁਸੀਂ ਹੀ ਕਹਿੰਦੇ ਹੋ, ਮੈਂ ਨਹੀਂ ਕਹਿੰਦਾ ਕਿ ਤੁਸੀਂ ਕਹਿੰਦੇ ਹੋ, ਆਪ ਕਹਿੰਦੇ ਕਿ ਰੱਬ ਸਭ ਦਾ। ਤੂੰ ਕੌਣ ਆ? ਤੂੰ ਤਾਂ ਕੱਲਾ ਮੁਸਲਮਾਨ ਜਾਂ ਸਿੱਖ ਜਾਂ ਹਿੰਦੂ ਹੈ, ਤੇ ਫਿਰ ਤੂੰ ਤਾਂ ਰੱਬ ਦਾ ਨਾਂ ਨਾ ਹੋਇਆ। ਜੇ ਸਭ ਦਾ ਹੋਣਾ ਹੈਗਾ, ਸਭ ਦਾ ਹੋ ਜਾਏਗਾ ਤੇ ਰੱਬ ਦਾ ਵੀ ਹੋ ਜਾਏਗਾ। ਜੇ ਸਭ ਦਾ ਨਹੀਂ ਹੋਏਗਾ ਤੇ ਰੱਬ ਦਾ ਵੀ ਨਹੀਂ ਹੋਏਗਾ। ਸੋ ਇੰਨੀਆਂ ਕਿ ਬਹੁਤ ਆਸਾਨ ਜ਼ਿੰਦਗੀ ਹੈ, ਅਸੀਂ ਆਪਣੇ ਵਾਸਤੇ ਬਹੁਤ ਮੁਸ਼ਕਿਲ ਬਣਾ ਕੇ ਬੈਠੇ ਹੋਏ ਹਾਂ। ਸੁਬਹ, ਦੁਪਹਿਰ, ਸ਼ਾਮ, ਦਿਨ ਰਾਤ ਇਬਾਦਤ ਕਰੋ, ਜਿੱਦਾਂ ਦਿਲ ਮਰਜ਼ੀ ਦੁਖਾਈ ਜਾਓ, ਜਿਹਨੂੰ ਮਰਜ਼ੀ ਬੁਰਾ ਕਹੀ ਜਾਓ, ਕੀ ਫਾਇਦਾ? ਕੀ ਫਾਇਦਾ ਹੈਗਾ? ਤੇ ਅਗਰ ਇਬਾਦਤ ਕਰਕੇ ਤੁਸੀਂ ਸੁੱਖ ਲਿਆ ਤੇ ਮਤਲਬ ਤੁਹਾਡੇ ਕੋਲ ਸੁੱਖ ਹੈ, ਤੁਸੀਂ ਅੱਗੇ ਸੁੱਖ ਦਿਓ। ਹੁਣ ਤੁਸੀਂ ਕਿਹਾ ਮੇਰੇ ਕੋਲ ਸੁੱਖ ਹੈ ਤਾਂ ਮੈਨੂੰ ਦੁੱਖ ਦੇਈ ਜਾ ਰਹੇ, ਦਾ ਮਤਲਬ ਤੇਰੇ ਕੋਲ ਸੁੱਖ ਹੈ ਨਹੀਂ, ਤੂੰ ਵੀ ਅੜਿਆ ਹੋਇਆ ਹੈਗਾ। ਤੇ ਬਸ ਸਮਝੋ ਸਮਾਂ ਬੜਾ ਥੋੜਾ ਹੈਗਾ। ਸਾਨੂੰ ਰੱਬ ਵੱਲੋਂ ਬਹੁਤ ਸਾਰੇ ਮੈਸੇਜ ਆ ਗਏ ਨੇ। ਕਰੋਨਾ ਦੇ ਜ਼ਰੀਏ ਇੱਕ ਮੈਸੇਜ ਆਇਆ, ਉਹ ਮੈਸੇਜ ਕੀ ਸੀ ਸਮਝਦੇ ਪਏ ਤੁਸੀਂ? ਉਹ ਮੈਸੇਜ ਸੀ ਕਿ ਦਿਨ ਨੂੰ ਦਿਨ ਤੇ ਰਾਤ ਨੂੰ ਰਾਤ ਸਮਝੋ। ਮੇਰੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਾ ਕਰੋ, ਮੇਰੇ ਕੰਮਾਂ 'ਚ ਦਖਲਅੰਦਾਜ਼ੀ ਨਾ ਕਰੋ। 7 ਤੋਂ ਲੈ ਕੇ 7 ਵਜੇ ਤੱਕ ਕਾਰੋਬਾਰ ਕਰੋ, ਔਰ ਆਪਣੇ ਘਰ ਦੇ ਵਿੱਚ ਜਿਵੇਂ ਪਰਿੰਦੇ, ਜਿਵੇਂ ਜਾਨਵਰ ਜਾਂਦੇ ਨੇ, ਤੁਸੀਂ ਵੀ ਆਰਾਮ ਨਾਲ ਆਪਣੇ ਘਰ 'ਚ ਆਪਣੇ ਬੱਚਿਆਂ 'ਚ ਜਾ ਕੇ ਉਹਨਾਂ ਨਾਲ ਬੱਚੇ ਬਣ ਕੇ ਖੇਡੋ। ਉਹਨਾਂ ਦੇ ਵਿੱਚ ਰੱਬ ਦੇਖੋ, ਉਹਨਾਂ 'ਚ ਸਭ ਕੁਝ ਦੇਖੋ। ਲੇਕਿਨ ਅੱਜ ਅਫਸੋਸ ਦੀ ਗੱਲ ਹੈ, ਮੈਨੂੰ ਮੰਦਰ, ਮਸਜਿਦ, ਗਿਰਜਾ, ਗੁਰਦੁਆਰਾ ਤੇ ਨਜ਼ਰ ਆ ਰਿਹਾ, ਲੇਕਿਨ ਮੈਨੂੰ ਬੰਦੇ ਦੇ ਵਿੱਚ ਰੱਬ ਨਜ਼ਰ ਨਹੀਂ ਆ ਰਿਹਾ। ਜਿਹੜਾ ਮੇਰਾ ਬਣਾਇਆ ਹੋਇਆ ਨਾ, ਜਿਹੜਾ ਮੇਰਾ ਬਣਾਇਆ ਮਸਜਿਦ, ਗੁਰਦੁਆਰਾ, ਗਿਰਜਾ, ਮੰਦਰ, ਇਹ ਬਹੁਤ ਵੱਡੇ ਹੋ ਗਏ ਨੇ। ਜਿਹੜਾ ਰੱਬ ਨੇ ਬਣਾਇਆ ਉਹ ਚੰਗਾ ਨਹੀਂ ਹੈ। ਕਿ ਮੇਰੇ ਕੁੱਤੇ ਨੂੰ ਕੋਈ ਮਾੜਾ ਕਵੇ ਤੇ ਮੈਂ ਜਨਾਬ ਉਹਦੇ ਪਿੱਛੇ ਪੈ ਜਾਣਾ। ਪਰ ਰੱਬ ਨੇ ਸਿੱਖ, ਹਿੰਦੂ, ਮੁਸਲਮਾਨ ਪੈਦਾ ਕੀਤਾ, ਮਾੜਾ ਕੀਤਾ, ਜਾ ਕੇ ਉਹਨੂੰ ਸਿੱਖ ਜਾਂ ਮੁਸਲਮਾਨ ਜਾਂ ਹਿੰਦੂ ਕਰਕੇ ਆਓ ਨਾ ਕਰੋ। ਇਹ ਤੁਹਾਡਾ ਕੰਮ ਨਹੀਂ ਹੈ। ਸਾਡੇ ਇਹ ਕਿਹਾ ਜਾਂਦਾ ਕਿ ਹਕੂਕੁਲ ਇਬਾਦ ਜਿਹੜੇ ਨੇ, ਜਿਹੜੇ ਅੱਲਾ ਦੇ ਬੰਦਿਆਂ ਦੇ ਜਾਂ ਅੱਲਾ ਦੀ ਮਖਲੂਕ ਦੇ ਹੱਕ ਹਕੂਕ ਨੇ, ਉਹਨਾਂ ਦੀ ਮਾਫੀ ਤਲਾਫੀ ਨਹੀਂ, ਬਿਲਕੁਲ ਨਹੀਂ ਹੋਣੀ। ਤੇ ਤੁਹਾਡੀਆਂ ਨਮਾਜ਼, ਰੋਜ਼ਾ, ਹੱਜ, ਜ਼ਕਾਤ, ਗੀਤਾ, ਭਜਨ, ਜਿਹੜੀ ਸਾਰੀ ਕੀਰਤਨ, ਸਾਰਾ ਇਹ ਕੀਰਤਨ ਜਿਹੜਾ ਹੈ ਤੁਸੀਂ ਕਰਦੇ ਹੋ, ਇਹ ਤੇ ਰੱਬ ਦਾ ਹੈ। ਤੇ ਰੱਬ ਜਦੋਂ ਚਾਹੇ ਮਾਫ ਕਰ ਦੇਵੇ ਤੇ ਚਾਹੇ ਤਾਂ। ਲੇਕਿਨ ਅਗਰ ਉਹ ਵੀ ਤੁਸੀਂ ਦੀਦਾ ਦੇ ਰਿਸ਼ਤਾ ਕੀਤਾ ਤੇ ਫਿਰ ਸਰਦਾਰ ਜੀ ਮਾਫੀ ਕੋਈ ਨਹੀਂ। ਤੇ ਜੇ ਦੂਜੀ ਗੱਲ ਹੈ, ਰੱਬ ਆਪਣੇ ਹੱਕ ਹਕੂਕ ਤੇ ਮਾਫ ਕਰ ਸਕਦਾ, ਤੇ ਜਿਹੜੇ ਉਹਦੇ ਬੰਦਿਆਂ ਦੇ ਜਾਂ ਉਹਦੀ ਮਖਲੂਕ ਦੇ ਹੱਕ ਹਕੂਕ ਨੇ, ਇੱਕ ਊਂਠਣੀ ਦਾ ਪੈਰ ਵੱਢ ਦਿੱਤਾ ਗਿਆ, ਉਹ ਊਂਠਣੀ ਜਾਨ ਛੁਡਾ ਸਕਦੀ, ਉਹਦੀ ਛੱਡ ਸਕਦੀ। ਉਹ ਰੱਬ ਨਹੀਂ ਜਾਨ ਛੁਡਾ ਸਕਦਾ। ਯਾਨੀ
ਲੁੱਬੇ ਲਬਾਬ ਮੇਰੇ ਭਰਾ ਦਾ ਕਹਿਣ ਦਾ ਇਹ ਆ ਵੀ ਹਕੂਕੁਲ ਇਬਾਦ ਵਾਲੇ ਪਾਸੇ ਸਾਡੀ ਤਵੱਜੋ ਕੋਈ ਨਹੀਂ, ਤੇ ਹਕੂਕੁਲ ਇਬਾਦ ਜਿਹੜੇ ਨੇ ਇਹ ਹੀ ਅਸਲ ਇਬਾਦਤ ਹੈ, ਤੇ ਇਹਦੀ ਮਾਫੀ ਤਲਾਫੀ ਨਹੀਂ ਹੋਣੀ, ਤੇ ਜਿੱਦੀ ਮਾਫੀ ਹੋਣੀ ਅਸੀਂ ਉਸ ਪਾਸੇ ਭੱਜੇ ਜਾਣੇ, ਤੇ ਜਿੱਦੀ ਮਾਫੀ ਨਹੀਂ ਹੋਣੀ ਉਸ ਪਾਸੇ ਅਸੀਂ ਜਾਂਦੇ ਉਸ ਪਾਸੇ ਅਸੀਂ ਭੱਜੀ ਜਾ ਰਹੇ ਹਾਂ, ਉਹੀ ਚੀਜ਼ਾਂ ਕਰਦੇ ਜਾ ਰਹੇ ਹਾਂ। ਜੇ ਸਾਨੂੰ ਰੱਬ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਜਾਂ ਕਿਸੇ ਹੋਰ ਗੁਰਦੁਆਰੇ 'ਚ ਮਿਲਦਾ ਹੋਵੇ ਤੇ ਸਾਰੇ ਜਾ ਕੇ ਉੱਥੇ ਬੈਠ ਗਏ, ਨਹੀਂ ਭਾਜੀ, ਉਹ ਤੇਰੀ ਦਰਸ਼ਨ ਦੀਦਾਰੇ ਕਰਨ ਵਾਸਤੇ, ਤੇਰੇ ਮਨ ਦੀ ਸਕੂਨ ਵਾਸਤੇ ਰੱਬ ਨਹੀਂ ਬੈਠਾ ਉੱਥੇ। ਉਹ ਤੇਰੇ ਗੁਰੂ ਦਾ ਜਨਮ ਅਸਥਾਨ ਤੋਂ ਗੁਰੂ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ, ਰੱਬ ਦੇ ਦਰਸ਼ਨ ਨਹੀਂ ਕੀਤੇ। ਰੱਬ ਦੇ ਦਰਸ਼ਨ ਤੂੰ ਕਰ ਸਕਦਾ ਪਿਆਰ ਵਿੱਚ, ਇਖਲਾਕ ਵਿੱਚ, ਮੁਹੱਬਤ ਦੇ ਵਿੱਚ, ਸਾਰਿਆਂ ਦੇ ਵਿੱਚ। ਇਹਦੇ ਵਿੱਚ ਤੂੰ ਨਹੀਂ ਕਰ ਸਕਦਾ ਤੂੰ ਕਵੇਂ ਕਿ ਮੈਂ ਜਾ ਕੇ ਗੁਰਦੁਆਰੇ ਗਿਆ ਸੀ ਤੇ ਮੈਂ ਰੱਬ ਨੂੰ ਵੇਖ ਲਿਆ। ਗੁਰਦੁਆਰਾ ਰੱਬ ਨਾ ਰੱਬ ਦਾ ਉਹ ਘਰ ਹੈ, ਨਾ ਰੱਬ ਦਾ ਘਰ ਦੁਨੀਆ ਤੇ ਕੋਈ ਬਣਾ ਸਕਦਾ ਹੈਗਾ। ਉਹਨੇ ਆਪਣਾ ਘਰ ਬਣਾਇਆ, ਕਿਤੇ ਪਿਲਰ ਨਜ਼ਰ ਨਹੀਂ ਆਇਆ ਅੱਜ ਤੱਕ। ਅਸਮਾਨ ਦੀ ਆਖਰ ਕੋਨਾ ਕਿਸੇ ਨੇ ਨਹੀਂ ਵੇਖਿਆ। ਉਹਦੇ ਕਾਰਨ ਕੀ ਹੈ ਕਿ ਉਹਨੇ ਆਪਣਾ ਘਰ ਬਣਾਇਆ, ਕੋਈ ਪਿਲਰ ਨਹੀਂ ਦਿੱਤਾ। ਅਸੀਂ ਛੋਟੇ ਛੋਟੇ ਪਿਲਰ ਦੇ ਦੇ ਕੇ ਬਣਾ ਕੇ ਕਹੀ ਜਾ ਰਹੇ ਹਾਂ ਕਿ ਰੱਬ ਦਾ ਘਰ ਹੈ, ਨਹੀਂ ਬਣਨਾ। ਭੁੱਲ ਜਾਓ, ਇਹਦੀ ਖਾਤਰ ਕਿਸੇ ਦਾ ਮਨ ਨਾ ਦੁਖਾਓ, ਇਹਦੇ ਕਰਕੇ ਕਿਸੇ ਨੂੰ ਤਕਲੀਫਾਂ ਨਾ ਦਿਓ, ਸੁੱਖ ਦਿਓ ਔਰ ਸੁੱਖ ਲਿਓ। ਜੇ ਰੱਬ ਦੇ ਹੋਣਾ ਚਾਹੁੰਦੇ ਹੋ ਤੇ ਮੇਰਾ ਇੱਕੋ ਹੀ ਸਭ ਤੋਂ ਪਿਆਰਾ ਮੈਸੇਜ ਹੈ, ਸਭ ਦੇ ਹੋ ਜਾਓ। ਜੇ ਸਭ ਦੇ ਨਾ ਹੋਏ ਤੇ ਕੁਝ ਵੀ ਨਹੀਂ ਹੋ ਸਕਦਾ। ਕਹਿੰਦਾ ਖੂਨ ਟੈਸਟ ਕਰਵਾ ਦਿਓ, ਤੁਹਾਡੇ 'ਚ ਬਿਮਾਰੀਆਂ ਨਜ਼ਰ ਆ ਜਾਣ ਕਿ ਤੁਹਾਨੂੰ ਕਿਹੜੀ ਬਿਮਾਰੀਆਂ ਨੇ। ਜੇ ਤੁਸੀਂ ਰੂਹਾਨੀ ਚੈੱਕ ਕਰਨੀ ਕਿ ਹੁਣ ਤੱਕ ਮੇਰੀ ਇਬਾਦਤ ਰੱਬ ਦੇ ਦਰਗਾਹ ਤੇ ਕਬੂਲ ਹੋਈ ਹੈ ਕਿ ਨਹੀਂ, ਕਿਵੇਂ ਚੈੱਕ ਕਰੋਗੇ? ਅੱਜ ਮੈਂ ਦੱਸਣਾ ਕਿਵੇਂ ਤੁਸੀਂ ਚੈੱਕ ਕਰਿਓ। ਜੇ ਘਰ ਦੇ ਜਿਹੜੇ ਜੀ ਤੇਰੇ ਨਾਲ ਰਹਿ ਰਹੇ ਨੇ ਉਹ ਤੈਨੂੰ ਚੰਗੇ ਲੱਗਦੇ ਨੇ, ਪਹਿਲੀ। ਦੂਸਰੇ ਨੰਬਰ ਤੇ ਜਿਹਨੇ ਤੇਰੇ ਨਾਲ ਉੱਠਣ ਬੈਠਣ ਵਾਲੇ ਸਾਰੇ ਤੇਰੇ ਨਾਲ ਤੈਨੂੰ ਚੰਗੇ ਲੱਗਦੇ ਨੇ। ਤੀਸਰੇ ਨੰਬਰ ਤੇ ਆਣ ਗੁਆਂਢ ਮਹੱਲੇ ਵਾਲੇ ਮੁਲਕ ਵਾਲੇ ਤੈਨੂੰ ਚੰਗੇ ਲੱਗਦੇ ਹੋਣ। ਫਿਰ ਦੁਨੀਆ ਦੇ ਸਾਰੇ ਪੈਦਾ ਕੀਤੇ ਹੋਏ ਤੈਨੂੰ ਚੰਗੇ ਲੱਗਦੇ ਹੋਣ ਤੇ ਤੇਰੀ ਇਬਾਦਤ ਕਬੂਲ ਹੋਈ ਹੈ। ਅਗਰ ਤੈਨੂੰ ਇਹ ਚੰਗੇ ਨਹੀਂ ਲੱਗਦੇ ਤੇ ਮਾਫ ਕਰਨਾ, ਭਾਵੇਂ ਉਮਰ 20 ਸਾਲ ਤੇ ਭਾਵੇਂ 120 ਸਾਲ, ਰੱਬ ਦੀ ਦਰਗਾਹ 'ਚ ਤੇਰੀ ਇਬਾਦਤ ਕਬੂਲ ਨਹੀਂ ਹੋਈ ਜੀ। ਧੰਨਵਾਦ। ਮੈਂ ਭਾਈ ਬਲਵੰਤ ਸਿੰਘ ਦੀ ਗੱਲ ਨੂੰ ਵੱਡਾ ਕਰਦਾ। ਇਹ ਜਿਹੜੀ ਜਿੰਨੀ ਵੀ ਗੁਫ਼ਤਗੂ ਹੋਈ ਇਹਦੀ ਇੱਕੋ ਦਰਸੋ ਤਦਰੀਸ ਦਿੱਤਾ ਗਿਆ ਕਿ ਹਕੂਕੁਲ ਇਬਾਦ ਦਾ ਖਿਆਲ ਕਰੋ, ਆਪਣੇ ਆਂਢੀਆਂ ਗੁਆਂਢੀਆਂ ਦਾ ਖਿਆਲ ਕਰੋ। ਅਗਰ ਤੁਹਾਨੂੰ ਦੁਨੀਆ ਚੰਗੀ ਲੱਗਦੀ ਹੈ ਤੇ ਫਿਰ ਤੁਸੀਂ ਅੱਲਾ ਦੇ ਪਿਆਰੇ ਹੋ। ਅਗਰ ਤੁਹਾਨੂੰ ਉਹਦੀ ਬਣਾਈ ਹੋਈ ਦੁਨੀਆ ਚੰਗੀ ਨਹੀਂ ਲੱਗਦੀ, ਤੁਸੀਂ ਮਾੜੇ ਨੂੰ ਵੇਖ ਕੇ ਬੇਚੈਨ ਹੋ ਜਾਂਦੇ ਜੇ, ਤੁਹਾਨੂੰ ਸਕੂਨ ਨਹੀਂ ਹੁੰਦਾ, ਜਾਂ ਤੁਹਾਡੇ ਕੋਲ ਕੋਈ ਕੰਮ ਲੈਣ ਆਉਂਦਾ ਤੁਹਾਨੂੰ ਅਗਰ ਇਤਮਾਨਾਨ ਕਲਬ ਨਹੀਂ ਨਾ ਹੈਗਾ ਤੇ ਕੋਈ ਇਬਾਦਤ ਨਹੀਂ, ਕੋਈ ਰਿਆਜ਼ਤ ਨਹੀਂ। ਇਬਾਦਤ ਤਾਂ ਹੈ ਜੇ ਕਲਬੀ ਸਕੂਨ, ਜੇ ਕਲਬੀ ਸਕੂਨ ਨਹੀਂ ਹੈਗਾ ਤੇ ਫਿਰ ਕੋਈ ਸਿਸਟਮ ਨਹੀਂ। ਭਾਈ ਬਲਵੰਤ ਸਿੰਘ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਮੇਰਾ ਭਰਾ ਅੱਜ ਮੈਨੂੰ ਮਿਲਣ ਆਇਆ ਸੀ, ਮੈਂ ਬੜਾ ਰਾਜ਼ੀ ਹਾਂ। ਸਾਡੇ ਵੱਲੋਂ ਤੁਹਾਨੂੰ ਜਦ ਸ਼ੁਮਰਾ ਕਰਕੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਜਿਹੜੀ ਤੁਸੀਂ ਨਵੀਂ ਕਲੀਨਿਕ ਬਣਾਈ ਵੀ ਬਹੁਤ ਬਹੁਤ ਵਧਾਈਆਂ। ਤੇ ਮੇਰਾ ਭਰਾ ਜਿਸਮ ਦੇ ਪੱਠਿਆਂ ਦੇ ਬਾਰੇ ਬਹੁਤ ਖੂਬਸੂਰਤ ਅੰਦਾਜ਼ ਨਾਲ ਰੱਬ ਨੇ ਇਹਨਾਂ ਦੇ ਵਿੱਚ ਉਹ ਗੁਣ ਪਾਏ ਹੋਏ ਨੇ। ਕਿਧਰੇ ਕਿਸੇ ਦੇ ਪੱਠੇ ਉੱਠਦਿਆਂ ਬੈਠਦਿਆਂ ਖਿਚਾਓ ਪੈ ਜਾਂਦੇ ਨੇ, ਖਰਾਬ ਹੋ ਜਾਂਦੇ ਨੇ। ਤੇ ਜ਼ਰੂਰ ਮੇਰੇ ਭਰਾ ਕੋਲ ਤੁਸੀਂ ਆਓ, ਇਹਨਾਂ ਕੋਲ ਐਸੀ ਮਸ਼ੀਨਾਂ ਹੈਗੀਆਂ ਨੇ, ਜਬਾਰ ਹੈਗਾ ਤੇ ਨਾਲ ਇਹਨਾਂ ਦੇ ਹੋਰ ਸਾਥੀ ਹੈਗੇ ਨੇ ਤੇ ਬਹੁਤ ਸੋਹਣਾ ਉਹ ਆਪਣੇ ਜੋੜਾਂ ਨੂੰ ਆਪਣੇ ਥਾਵਾਂ ਤੇ ਪੱਟਿਆਂ ਨੂੰ ਆਪਣੇ ਥਾਵਾਂ ਤੇ ਲੈ ਕੇ ਆਉਂਦੇ ਨੇ। ਭਾਈ ਬਲਵੰਤ ਸਿੰਘ ਆਪ ਬੜੇ ਚੰਗੇ, ਬੜੇ ਪਿਆਰੇ ਨੇ, ਨਫੀਸ ਨੇ। ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿਹੜੀ ਚੀਜ਼ ਦੀ ਪ੍ਰਚਾਰ ਕਰਦੇ ਨੇ, ਇਨਸਾਨੀਅਤ ਦੀ ਪ੍ਰਚਾਰ ਕਰਦੇ ਨੇ ਸਭ ਤੋਂ ਪਹਿਲੀ ਗੱਲ। ਬਸ ਜ਼ਰੂਰ ਇਹਨਾਂ ਕੋਲ ਇੱਕ ਵਾਰੀ ਅਗਰ ਤੁਹਾਡੇ ਮੈਨੂੰ ਇਹ ਗੱਲ ਨਹੀਂ ਕਹੀ ਕਿ ਤੁਸੀਂ ਮੇਰੀ ਮਸ਼ਹੂਰੀ ਕਰਿਆ, ਪਹਿਲੀ ਗੱਲ ਮੈਂ ਦੱਸਾਂ, ਹੱਥ ਜੋੜ ਕੇ ਮੇਰੀ ਬੇਨਤੀ ਹੈ, ਰੱਬ ਜਾਣਦਾ ਹੈ। ਨਹੀਂ ਕਿਹਾ ਕਿ ਤੁਸੀਂ ਆ ਖੁਸ਼ੀ ਦੀ ਮਸ਼ਹੂਰੀ, ਇਸ ਤਰ੍ਹਾਂ ਰੱਬ ਦੀ ਗੱਲ ਕਰਦੇ ਇਸ ਪਾਸੇ ਆ ਗਏ। ਪਰ ਚਲੋ ਇਹਨਾਂ ਦੇ ਵੀ ਬਹੁਤ, ਇਹ ਖੁਦ ਚੰਗੇ ਨੇ, ਇਹਨਾਂ ਨੂੰ ਸਾਰੀ ਦੁਨੀਆ ਇਸ ਤਰ੍ਹਾਂ ਚੰਗੀ ਲੱਗਦੀ। ਮੈਂ ਤਾਂ ਨਕਮਾ ਜਿਹਾ ਬੰਦਾ, ਮੈਂ ਬੜਾ ਰਾਜ਼ੀ ਹਾਂ ਤੁਹਾਡੇ ਤੋਂ। ਮਾਰਕ ਤੋਂ ਤੰਦਰੁਸਤੀ, ਰੱਬ ਤੰਦਰੁਸਤੀ ਦੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਕੋਸ਼ਿਸ਼ ਕਰੋ ਰੱਬ ਦੇ ਹੋ ਜਾਓ, ਸਭ ਦੇ ਹੋ ਜਾਓ। ਜੇ ਸਭ ਦੇ ਹੋ ਗਏ ਨਾ ਤੇ ਸਮਝ ਲਓ ਰੱਬ ਤੁਹਾਡਾ ਹੋ ਗਿਆ। ਉਹ ਕਹਿੰਦੇ ਕਿ ਹਰ ਦੇ ਵਿੱਚ ਉਹ ਹੈ। ਹਾਂਜੀ ਹਾਂਜੀ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ।